Good morning, students. Today we do new chapter money, meaning, evolution and its functions. ਇਹਦਾ meaning ਕਰਨਾ, अर्थ करना ਤੇ ਇਹਦੀ ਹੋਂਦ ਕਦੋਂ ਹੋਈ ਤੇ ਇਹਦੇ functions ਕੀ ਨੇ, ਇਹਦੇ ਕੰਮ ਕੀ ਨੇ। ਫਸਟ ਆਪਾਂ ਕਰਾਂਗੇ meaning and evolution of money. meaning ਆ ਇਹਦਾ meaning ਕੀ ਆ and ਤੇ ਇਹਦੀ evolution means ਹੋਂਦ ਕਦੋਂ ਹੋਈ। We know exchange is the common activity of life. ਆਪਾਂ ਨੂੰ ਪਤਾ ਹੈ, ਅਸੀਂ ਜਾਣਦੇ ਹਾਂ ਕਿ ਜਿਹੜੀ ਐਕਸਚੇਂਜ ਆ, ਵਟਾਂਦਰਾ ਹੈ, ਉਹ ਕੀ ਹੈ, ਸਾਡੀ ਜ਼ਿੰਦਗੀ ਦਾ ਇੱਕ ਮੁੱਖ ਪਾਰਟ ਹੈ, ਇੱਕ ਬਹੁਤ ਹੀ ਮੁੱਖ ਕਿਰਿਆ ਹੈ। ਹਿਕਸ ਹੈਜ਼ ਡਿਫਾਈਨਡ ਇਕੋਨਮੀ ਐਜ਼ ਅ ਸਿਸਟਮ ਆਫ ਮਿਊਚੁਅਲ ਐਕਸਚੇਂਜ। ਹਿਕਸ ਨੇ ਇਸ ਨੂੰ ਕਿਸ ਤਰ੍ਹਾਂ ਡਿਫਾਈਨ ਕੀਤਾ? ਹਿਕਸ ਕੀ ਕਹਿੰਦਾ ਕਿ ਜਿਹੜੀ ਆਪਣੀ ਇਕੋਨਮੀ ਆ ਉਹ 'ਚ ਮਿਊਚੁਅਲ ਐਕਸਚੇਂਜ ਕੀਤੇ ਜਾਂਦੇ ਨੇ, ਡੇਲੀ ਐਕਸਚੇਂਜ ਕੀਤੇ ਜਾਂਦੇ ਨੇ। ਇਟ ਮੀਨਸ we depend upon each other for the satisfaction of our wants. ਇਹਦਾ ਮੀਨਿੰਗ ਇਹ ਹੈ, ਮਿਊਚੁਅਲ ਐਕਸਚੇਂਜ ਕੀਤਾ ਜਾਂਦਾ ਹੈ ਮੀਨਸ ਕਿ ਅਸੀਂ ਡੇਲੀ ਆਪਣੀਆਂ ਜ਼ਰੂਰਤਾਂ ਦੇ ਲਈ ਜਾਂ ਆਪਣੀਆਂ ਜ਼ਰੂਰਤਾਂ ਦੀ ਸੰਤੁਸ਼ਟੀ ਦੇ ਲਈ ਇੱਕ ਦੂਜੇ 'ਤੇ ਡਿਪੈਂਡ ਕਰਦੇ ਹਾਂ, ਇੱਕ ਦੂਜੇ 'ਤੇ ਨਿਰਭਰ ਕਰਦੇ ਹਾਂ। ਗੁੱਡਸ ਐਂਡ ਸਰਵਿਸਿਜ਼ ਆਰ ਐਕਸਚੇਂਜਡ ਬਿਕੋਜ਼ ਆਫ ਇੰਡੀਪੈਂਡੈਂਸ। ਵਸਤੂਆਂ ਤੇ ਸੇਵਾਵਾਂ ਨੂੰ ਐਕਸਚੇਂਜ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਆਤਮ ਨਿਰਭਰ ਹੋ ਸਕੀਏ। ਵਸਤੂਆਂ ਅਤੇ ਸੇਵਾਵਾਂ ਦੇ ਐਕਸਚੇਂਜ ਦੇ ਨਾਲ ਅਸੀਂ ਆਤਮ ਨਿਰਭਰ ਹੋ ਜਾਂਦੇ ਹਾਂ, ਨਹੀਂ ਸਾਨੂੰ ਇੱਕ ਦੂਜੇ 'ਤੇ ਨਿਰਭਰ ਰਹਿਣਾ ਪੈਂਦਾ ਹੈ। ਵੈਨ ਵਾਂਟਸ ਵਰ ਨਾਟ ਅਨਲਿਮਿਟਿਡ, ਜਦੋਂ ਸਾਡੀਆਂ ਵਾਂਟਸ ਜਿਹੜੀਆਂ ਸੀ, ਇੱਛਾਵਾਂ ਸੀਗੀਆਂ, ਜੋ ਚੀਜ਼ ਅਸੀਂ ਚਾਹੁੰਦੇ ਸੀ ਉਹ ਅਨਲਿਮਿਟਿਡ ਨਹੀਂ ਸਨ, ਅਸੀਮਿਤ ਨਹੀਂ ਸਨ। ਗੁੱਡਸ ਵਰ ਐਕਸਚੇਂਜ ਡਾਇਰੈਕਟਲੀ ਫਾਰ ਗੁੱਡਸ, ਤਾਂ ਉਸ ਸਮੇਂ ਵਸਤੂਆਂ ਨੂੰ ਵਸਤੂਆਂ ਦੇ ਨਾਲ ਡਾਇਰੈਕਟ ਐਕਸਚੇਂਜ ਕੀਤਾ ਜਾਂਦਾ ਸੀ। ਇਨ ਐਂਸ਼ੀਅੰਟ ਟਾਈਮਸ, ਪੁਰਾਣੇ ਸਮਿਆਂ ਦੇ ਵਿੱਚ, ਇਨ ਅ ਵਿਲੇਜ community, a cobbler would make shoes for the farmer in return for wheat, and a farm labor would work in the fields for food grains. ਪੁਰਾਣੇ ਸਮਿਆਂ ਦੇ ਵਿੱਚ ਦੇਖੋ, ਜਿੱਦਾਂ ਇੱਕ ਪਿੰਡ ਦੇ ਵਿੱਚ ਇੱਕ ਮੋਚੀ ਜਿਹੜਾ ਜੁੱਤੀਆਂ ਬਣਾਉਣ ਵਾਲਾ, ਉਹ ਜੁੱਤੀਆਂ ਬਣਾਉਂਦਾ, ਠੀਕ ਹੈ, ਸ਼ੂ ਬਣਾ ਕੇ ਫਾਰਮਰ ਨੂੰ ਦਿੰਦਾ ਹੈ ਅਤੇ ਫਾਰਮਰ ਉਸ ਦੇ ਬਦਲੇ ਦੇ ਵਿੱਚ ਉਹਨੂੰ ਵੀਟ ਦਿੰਦਾ ਹੈ। ਵੀਟ ਨੂੰ ਪ੍ਰੋਡਿਊਸ ਕਰਨ ਦੇ ਲਈ ਉਹਨੂੰ ਆਪਣੇ ਖੇਤਾਂ ਦੇ ਵਿੱਚ ਫੂਡ ਗ੍ਰੇਨਸ ਗਰੋ ਕਰਨੇ ਪੈਂਦੇ, ਠੀਕ ਹੈ। ਇਨ ਦਿਸ ਵੇ ਦਾ ਇਕੋਨਮੀ ਮੂਵਡ ਔਨ, ਇਸ ਤਰੀਕੇ ਨਾਲ ਇਕੋਨਮੀ ਅੱਗੇ ਚੱਲਦੀ ਜਾਂਦੀ ਹੈ। ਮੀਨਸ ਉਸ ਕੋਬਲਰ ਨੇ ਸ਼ੂਜ਼ ਕਿਹਨੂੰ ਦਿੱਤੇ? ਫਾਰਮਰ ਨੂੰ, ਅਤੇ ਫਾਰਮਰ ਨੇ ਸ਼ੂਜ਼ ਦੇ ਬਦਲੇ ਦੇ ਵਿੱਚ ਉਹਨੂੰ ਫੂਡ ਗ੍ਰੇਨਸ ਦਿੱਤੇ, ਜਿਹਦੇ ਨਾਲ ਉਹਨਾਂ ਦੀ ਐਕਸਚੇਂਜ ਹੋ ਗਈ ਆਪਸ ਦੇ ਵਿੱਚ ਅਤੇ ਇਕੋਨਮੀ ਨੂੰ ਅੱਗੇ ਮੂਵ ਔਨ ਕਰਤਾ। ਦਿਸ ਸਿਸਟਮ ਆਫ ਐਕਸਚੇਂਜ ਵਾਜ਼ ਕਾਲਡ ਬਾਰਟਰ ਸਿਸਟਮ। ਇਸ ਸਿਸਟਮ ਨੂੰ ਕੀ ਕਿਹਾ ਜਾਂਦਾ ਸੀ? ਬਾਰਟਰ ਸਿਸਟਮ ਮੀਨਸ ਵਸਤੂਆਂ ਦਾ ਵਸਤੂਆਂ ਦੇ ਨਾਲ ਵਟਾਂਦਰਾ ਕਰਨਾ। ਬਟ ਵਿਦ ਦ ਇਨਕਰੀਜ਼ ਇਨ ਨੰਬਰ ਆਫ ਵਾਂਟਸ ਐਂਡ consequently greater needs of exchange, barter system proved to be an inefficient and impracticable system of exchange. ਪਰ ਜਿਵੇਂ ਜਿਵੇਂ ਸਾਡੀਆਂ ਇੱਛਾਵਾਂ ਵੱਧਦੀਆਂ ਗਈਆਂ, ਸਾਡੀਆਂ ਜ਼ਰੂਰਤਾਂ ਵੱਧਦੀਆਂ ਗਈਆਂ, ਉਸ ਤਰੀਕੇ ਨਾਲ ਉਵੇਂ ਇਹ ਬਾਰਟਰ ਸਿਸਟਮ ਇਨਐਫੀਸ਼ੀਐਂਟ, ਅਸੁਵਿਧਾਜਨਕ ਅਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯੂਜ਼ ਨਹੀਂ ਹੋ ਸਕਦਾ ਸੀ। ਇਨ ਦਿਸ ਸਿਚੁਏਸ਼ਨ ਮੈਨ ਇਨਵੈਂਟਡ ਮਨੀ। ਇਸ ਸਥਿਤੀ ਦੇ ਵਿੱਚ ਇਸ ਬਾਰਟਰ ਸਿਸਟਮ ਨੂੰ ਬੰਦ ਕੀਤਾ ਗਿਆ ਅਤੇ ਉਹਦੀ ਜਗ੍ਹਾ 'ਤੇ ਕੀ ਇਨਵੈਂਟ ਕੀਤਾ ਗਿਆ? ਮਨੀ। ਮਨੀ ਮੀਨਸ ਪੈਸਾ। ਅ ਥਿੰਗ ਡੈਟ ਵਾਜ਼ ਜਨਰਲੀ ਅਸੈਪਟਡ ਐਜ਼ ਅ ਮੀਡੀਅਮ ਆਫ ਐਕਸਚੇਂਜ। ਮਨੀ ਕੀ ਹੈ? ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਕਿ ਅਸੀਂ ਮੀਡੀਅਮ ਆਫ ਐਕਸਚੇਂਜ, ਵਟਾਂਦਰੇ ਦੇ ਮਾਧਿਅਮ ਦੇ ਤੌਰ 'ਤੇ ਅਸੈਪਟ ਕਰਦੇ ਹਾਂ। ਅਸੀਂ ਕਿਸੇ ਚੀਜ਼ ਨੂੰ ਖਰੀਦਣ ਦੇ ਲਈ ਮਨੀ ਦਿੰਦੇ ਹਾਂ, ਪੈਸਾ ਦਿੰਦੇ ਹਾਂ, ਅਤੇ ਉਹ ਜਦੋਂ ਅਸੀਂ ਉਸ ਪਰਸਨ ਨੂੰ ਮਨੀ ਦੇ ਦਿੰਦੇ ਹਾਂ ਤਾਂ ਉਸ ਤੋਂ ਉਹ ਚੀਜ਼ ਨੂੰ ਲੈ ਲੈਂਦੇ ਹਾਂ ਆਪਾਂ। ਇਨ ਦ ਬਿਗਿਨਿੰਗ ਮੈਟੈਲਿਕ ਕੋਇਨਸ ਆਫ ਗੋਲਡ ਐਂਡ ਸਿਲਵਰ ਵਰ ਪੁੱਟ ਇਨਟੂ ਸਰਕੂਲੇਸ਼ਨ। ਜਿਵੇਂ ਸਟਾਰਟਿੰਗ ਦੇ ਵਿੱਚ ਜਦੋਂ ਮਨੀ ਨੂੰ ਇਨਵੈਂਟ ਕੀਤਾ ਗਿਆ ਤਾਂ ਮੈਟੈਲਿਕ ਕੋਇਨ ਸੀਗੇ, ਧਾਤਾਂ ਸਿੱਧੇ ਸਿੱਕੇ ਸੀ, ਜਿੱਦਾਂ ਸੋਨੇ ਦੇ ਧਾਤ ਦੇ ਸਿੱਕੇ ਜਾਂ ਚਾਂਦੀ ਦੇ ਸਿੱਕੇ, ਉਹਨਾਂ ਨੂੰ ਇਹ ਸਰਕੂਲੇਸ਼ਨ ਦੇ ਵਿੱਚ ਲਿਆਂਦਾ ਗਿਆ। ਬਟ ਸਬਸੀਕੁਐਂਟਲੀ ਪੇਪਰ ਮਨੀ ਅਲੋਂਗ ਵਿਦ ਮੈਟੈਲਿਕ ਕੋਇਨਸ ਆਫ ਡਿਫਰੈਂਟ ਮੈਟਲਸ ਕੇਮ ਟੂ ਬੀ ਯੂਜ਼ਡ। ਪਰ ਇਸ ਤੋਂ ਬਾਅਦ ਪੇਪਰ ਮਨੀ ਨੂੰ ਵੀ ਲਿਆਂਦਾ ਗਿਆ। ਪੇਪਰ ਮਨੀ ਆਉਣ ਤੱਕ ਕਾਫੀ ਜ਼ਿਆਦਾ ਮੈਟੈਲਿਕ ਕੋਇਨਸ ਆਏ
ਉਸ ਤੋਂ ਬਾਅਦ ਬਟ ਨਾਓ ਇਨ ਇਜ਼ ਦਾ ਏਜ ਆਫ ਪਲਾਸਟਿਕ ਮਨੀ ਇਨ ਫॉर्म ਆਫ ਡੈਬਿਟ ਐਂਡ ਕ੍ਰੈਡਿਟ ਕਾਰਡਸ। ਪਰ ਹੁਣ ਕੀ ਆ, ਪੇਪਰ ਮਨੀ ਤੋਂ ਬਾਅਦ ਕੀ ਆ ਗਈ, ਪਲਾਸਟਿਕ ਮਨੀ ਆ ਗਈ, ਜਿਹਦੇ ਵਿੱਚ ਡੈਬਿਟ ਕਾਰਡ ਕ੍ਰੈਡਿਟ ਕਾਰਡ ਆ ਜਾਂਦੇ ਨੇ, ਜਿਨ੍ਹਾਂ ਨੂੰ ਐਜ਼ ਅ ਪਲਾਸਟਿਕ ਮਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਲਾਸਟਿਕ ਮਨੀ ਕਿਹਨੂੰ ਕਿਹਾ ਜਾਂਦਾ ਹੈ, ਡੈਬਿਟ ਕਾਰਡ ਐਂਡ ਕ੍ਰੈਡਿਟ ਕਾਰਡ ਨੂੰ। ਸੋ ਮਨੀ ਹੈਡ ਇਟਸ origin in the need to facilitate exchange। ਇਸ ਲਈ ਪੈਸੇ ਨੇ ਸਾਡੇ ਵਟਾਂਦਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ। ਇਸ ਕਰਕੇ ਮਨੀ ਨੂੰ ਕੀ ਕਿਹਾ ਜਾਂਦਾ ਹੈ, ਵਟਾਂਦਰੇ ਦੇ ਮਾਧਿਅਮ ਦਾ origin, ਸ਼ੁਰੂਆਤੀ ਢੰਗ ਕਿਹਾ ਜਾਂਦਾ ਹੈ ਮਨੀ ਨੂੰ। ਓਕੇ, ਨੈਕਸਟ ਬਾਰਟਰ ਸਿਸਟਮ। ਬਾਰਟਰ ਸਿਸਟਮ ਇਟ ਇਜ਼ ਡੈਟ ਸਿਸਟਮ ਆਫ ਐਕਸਚੇਂਜ ਇਨ ਵਿਚ ਗੁੱਡਸ ਆਰ ਐਕਸਚੇਂਜ ਫॉर ਗੁੱਡਸ। ਇਹ ਉਹ ਸਿਸਟਮ ਹੈ ਜਿਹਦੇ ਵਿੱਚ ਵਸਤੂਆਂ ਦਾ ਵਸਤੂਆਂ ਦੇ ਨਾਲ ਹੀ ਵਟਾਂਦਰਾ ਕੀਤਾ ਜਾਂਦਾ ਹੈ, ਗੁੱਡਸ ਨੂੰ ਗੁੱਡਸ ਦੇ ਨਾਲ ਹੀ ਐਕਸਚੇਂਜ ਕੀਤਾ ਜਾਂਦਾ ਹੈ। ਇੱਥੇ ਮਨੀ ਨੂੰ ਯੂਜ਼ ਨਹੀਂ ਕੀਤਾ ਜਾਂਦਾ। ਡੈਫੀਨੇਸ਼ਨ ਅਕੋਰਡਿੰਗ ਟੂ ਆਰ.ਪੀ. ਕੈਂਟ, ਬਾਰਟਰ ਸਿਸਟਮ ਇਜ਼ ਦਾ ਡਾਇਰੈਕਟ exchange of goods for goods without the use of money as a medium of exchange। ਆਰ.ਪੀ. ਕੈਂਟ ਕੀ ਕਹਿੰਦਾ, ਉਸਨੇ ਮਨੀ ਬਾਰਟਰ ਸਿਸਟਮ ਨੂੰ ਕਿਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ, ਕਹਿੰਦਾ ਬਾਰਟਰ ਸਿਸਟਮ ਉਹ ਸਿਸਟਮ ਹੈ ਜਿਹਦੇ ਵਿੱਚ ਸਿੱਧੇ ਤੌਰ 'ਤੇ ਵਸਤੂਆਂ ਨੂੰ ਵਸਤੂਆਂ ਦੇ ਨਾਲ ਐਕਸਚੇਂਜ ਕੀਤਾ ਜਾਂਦਾ ਹੈ, ਬਦਲਿਆ ਜਾਂਦਾ ਹੈ। ਇੱਥੇ ਵਟਾਂਦਰੇ ਦੇ ਮਾਧਿਅਮ ਦੇ ਰੂਪ ਦੇ ਵਿੱਚ ਵਸਤੂਆਂ ਨੂੰ ਹੀ ਵਸਤੂਆਂ ਦੇ ਵਿੱਚ ਬਦਲਿਆ ਜਾਂਦਾ ਹੈ, ਵਿਦਾਊਟ ਦਾ ਯੂਜ਼ ਆਫ ਮਨੀ। ਪੈਸੇ ਨੂੰ ਇੱਥੇ ਨਹੀਂ ਯੂਜ਼ ਕੀਤਾ ਜਾਂਦਾ। ਫॉर एग्जाम्पल, if you have surplus stock of rice, you are to look for a person who needs rice and at same time possesses clothes which you need to have। It means double coincidence of wants। Your want for cloth must coincide with somebody wants for rice and you must have surplus of rice and somebody must have surplus of cloth। देखो एग्जाम्पल के तौर पर ਕਿ ਮੰਨ ਲਓ ਤੁਹਾਡੇ ਕੋਲ ਰਾਈਸ ਦਾ ਬਹੁਤ ਜ਼ਿਆਦਾ ਸਟਾਕ ਹੈ, ਤੁਹਾਡੇ ਕੋਲ ਰਾਈਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਿਆ, ਤਾਂ ਤੁਸੀਂ ਇੱਕ ਇੱਦਾਂ ਦੇ ਪਰਸਨ ਨੂੰ ਲੱਭੋਗੇ ਜਿਹਨੂੰ ਰਾਈਸ ਦੀ ਜ਼ਰੂਰਤ ਹੋਵੇ, ਐਟ ਸੇਮ ਟਾਈਮ ਉਹਦੇ ਕੋਲ ਕਲੋਥ ਵੀ ਹੋਵੇ ਜਿਹਦੀ ਤੁਹਾਨੂੰ ਜ਼ਰੂਰਤ ਹੈ, ਤਾਂ ਕਿ ਤੁਸੀਂ ਉਸ ਨੂੰ ਰਾਈਸ ਦੇ ਕੇ ਰਾਈਸ ਦੇ ਬਦਲੇ ਉਹਦੇ ਤੋਂ ਕਲੋਥ ਲੈ ਸਕੋ। ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ, ਡਬਲ ਕੋਇਨਸੀਡੈਂਸ ਆਫ ਵਾਂਟਸ। ਦੋਨਾਂ ਦੀਆਂ ਇੱਛਾਵਾਂ ਆਪਸ ਦੇ ਵਿੱਚ ਜੋ ਐਕਸਚੇਂਜ ਕਰਨ ਦੀਆਂ ਇੱਛਾਵਾਂ ਨੇ ਉਹ ਮਿਲਦੀਆਂ ਹੋਣ, ਤਾਂ ਉਸ ਟਾਈਮ 'ਤੇ ਤੁਸੀਂ ਬਾਰਟਰ ਸਿਸਟਮ ਨੂੰ ਸਕਸੈਸਫੁਲੀ ਕੰਪਲੀਟ ਕਰ ਸਕਦੇ ਹੋ। ਜੋ ਤੁਹਾਨੂੰ ਚਾਹੀਦਾ ਉਹ ਤੁਸੀਂ ਉਸ ਪਰਸਨ ਤੋਂ ਲੈ ਕੇ, ਅਤੇ ਉਸ ਪਰਸਨ ਨੂੰ ਵੀ ਤੁਹਾਡੀ ਗੁੱਡ ਚਾਹੀਦੀ ਹੋਵੇ, ਤਾਂ ਹੀ ਇਹ ਬਾਰਟਰ ਸਿਸਟਮ ਨੂੰ ਕੰਪਲੀਟਲੀ ਕੀਤਾ ਜਾ ਸਕਦਾ। ਅਦਰਵਾਈਜ਼ ਇਹ ਸਿਸਟਮ ਨਹੀਂ ਕੈਪੇਬਲ ਹੈਗਾ ਯੂਜ਼ ਹੋਣ 'ਤੇ। ਨੈਕਸਟ, ਡਰਾਬੈਕਸ ਆਫ ਦਾ ਬਾਰਟਰ ਸਿਸਟਮ। ਡਰਾਬੈਕਸ ਦੇ ਵਿੱਚ ਫਸਟ ਡਰਾਬੈਕ ਕੀ ਹੈ, ਡਿਫੀਕਲਟੀ ਆਫ ਕੋਇਨਸੀਡੈਂਸ ਆਫ ਵਾਂਟਸ। ਦੇਖੋ ਫਸਟ ਡਿਫੀਕਲਟੀ ਕੀ ਆਉਂਦੀ ਹੈ ਕਿ ਡਬਲ ਕੋਇਨਸੀਡੈਂਸ ਆਫ ਵਾਂਟਸ। ਜਿਹੜਾ ਬਾਰਟਰ ਸਿਸਟਮ ਹੈ ਇਹਨੂੰ ਬੰਦ ਕਿਉਂ ਕੀਤਾ ਗਿਆ, ਇਹਦੇ ਵਿੱਚ ਕੀ ਕਮੀਆਂ ਸੀਗੀਆਂ। ਫਸਟ ਕੀ ਹੈ ਕਿ ਡਿਫੀਕਲਟੀ ਆਫ ਡਬਲ ਕੋਇਨਸੀਡੈਂਸ ਆਫ ਵਾਂਟਸ, ਕਿ ਇੱਛਾਵਾਂ ਆਪਸ ਦੇ ਵਿੱਚ ਨਹੀਂ ਮਿਲਦੀਆਂ ਸੀ। ਇੱਛਾਵਾਂ ਕੀ ਸੀ, ਇੱਕ ਦੂਜੇ ਦੇ ਨਾਲ ਮੈਚ ਨਹੀਂ ਕਰਦੀਆਂ ਸੀ। ਮੰਨ ਲਓ ਜੋ ਇੱਕ ਐਕਸ ਪਰਸਨ ਹੈ ਉਸਨੂੰ ਕਲੋਥ ਚਾਹੀਦਾ ਹੈ ਅਤੇ ਜੋ ਵਾਈ ਪਰਸਨ ਹੈ ਉਹਨੂੰ ਸ਼ੂ ਚਾਹੀਦੇ ਨੇ, ਤਾਂ ਐਕਸ ਪਰਸਨ ਕਲੋਥ ਵਾਲੇ ਪਰਸਨ ਨੂੰ ਲੱਭੂਗਾ ਅਤੇ ਵਾਈ ਪਰਸਨ ਕਿਹਨੂੰ ਲੱਭੂਗਾ, ਸ਼ੂ ਵਾਲੇ ਪਰਸਨ ਨੂੰ, ਜਿਹਨੂੰ ਸ਼ੂਜ਼ ਚਾਹੀਦੇ ਨੇ। ਸੋ ਇੱਥੇ ਐਕਸ ਔਰ ਵਾਈ ਦੋਨੋਂ ਪਰਸਨਸ ਦੀਆਂ ਆਪਸ ਦੇ ਵਿੱਚ ਵਾਂਟਸ ਮੈਚ ਨਹੀਂ ਕਰਦੀਆਂ, ਤਾਂ ਉਹਨਾਂ ਦੇ ਲਈ ਇੱਥੇ ਡਿਫਿਕਲਟ ਹੋ ਜਾਊਗਾ ਬਾਰਟਰ ਸਿਸਟਮ ਨੂੰ ਅਪਲਾਈ ਕਰਨਾ, ਕਿਉਂਕਿ ਐਕਸ ਪਰਸਨ ਨੂੰ ਕੀ ਚਾਹੀਦਾ ਕਿ ਉਹ ਕਲੋਥ ਦੇ ਲਈ ਉਹ ਵਾਲੇ ਪਰਸਨ ਨੂੰ ਲੱਭੇ, ਅਤੇ ਉਹਨੂੰ ਉਹਦੇ ਕਰਕੇ ਅੱਗੇ ਅੱਗੇ ਜਾਣਾ ਪਊਗਾ, ਹੋਰ ਪਰਸਨਸ ਨੂੰ ਸਰਚ ਕਰਨਾ ਪਊਗਾ ਜਿਹਨੂੰ ਕਲੋਥ ਦੀ ਲੋੜ ਹੈ, ਅਤੇ ਉਹਨੂੰ ਉਹ ਐਕਸ ਦੀ ਵਸਤੂ ਲੈ ਲਵੇ। ਇਸੇ ਤਰੀਕੇ ਨਾਲ ਵਾਈ ਨੂੰ ਵੀ ਇਸ ਤਰੀਕੇ ਨਾਲ ਹੀ ਅੱਗੇ ਪਰਸਨ ਲੱਭਣਾ ਪਊਗਾ, ਜਿਹਦੇ ਕਰਕੇ ਬਹੁਤ ਜ਼ਿਆਦਾ ਟਾਈਮ ਵੇਸਟੇਜ ਹੁੰਦਾ, ਅਤੇ ਇਸ ਕਰਕੇ ਇਹਦੀ ਇੱਕ ਡਿਫੀਕਲਟੀ ਹੈ ਕਿ ਇੱਥੇ ਸਾਡੀਆਂ ਜੋ ਵਾਂਟਸ ਨੇ ਉਹ ਮੈਚ ਨਹੀਂ ਕਰਦੀਆਂ। ਸੈਕਿੰਡ, ਟ੍ਰੇਡਿੰਗ ਕਾਸਟ ਆਫ ਬਾਰਟਰ ਐਕਸਚੇਂਜ। ਦੇਖੋ ਟ੍ਰੇਡਿੰਗ ਕਾਸਟ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹਦੇ ਵਿੱਚ, ਬਾਰਟਰ ਸਿਸਟਮ ਦੇ ਵਿੱਚ, ਕਿਉਂਕਿ ਟ੍ਰੇਡਿੰਗ ਕਾਸਟ ਅੰਡਰ ਬਾਰਟਰ ਸਿਸਟਮ ਯੂਜ਼ ਟੂ ਬੀ ਵੈਰੀ ਹਾਈ। ਟੂ ਮੋਸਟ ਇੰਪੋਰਟੈਂਟ ਕੰਪੋਨੈਂਟਸ ਆਫ these cost are first search cost and second this utility of waiting।
ਦੇਖੋ ਫਸਟ ਕੀ ਹੈ, ਸਰਚ ਕਾਸਟ। ਟ੍ਰੇਡਿੰਗ ਕਾਸਟ ਕਿਹੜੀਆਂ ਹੋ ਜਾਂਦੀਆਂ ਇਹਦੇ ਵਿੱਚ, ਵਪਾਰ ਨਾਲ ਸੰਬੰਧਿਤ ਜਿਹੜੀ ਲਾਗਤ ਆ ਉਹ ਕਿਹੜੀ ਆ। ਫਸਟ ਕੀ ਹੈ, ਸਰਚ ਕਾਸਟ, ਕਿ ਸਾਨੂੰ ਉਸ ਪਰਸਨ ਨੂੰ ਲੱਭਣ ਦੇ ਲਈ ਕਾफ़ੀ ਜ਼ਿਆਦਾ ਟਾਈਮ ਵੇਸਟ ਕਰਨਾ ਪੈਂਦਾ, ਤਾਂ ਸਾਨੂੰ ਕਾफ़ੀ ਸਮਾਂ ਲੱਗ ਜਾਂਦਾ ਉਸ ਪਰਸਨ ਨੂੰ ਲੱਭਣ ਦੇ ਲਈ। ਕਾफ़ੀ ਪਿੰਡਾਂ ਦੇ ਵਿੱਚ ਘੁੰਮਣਾ ਪੈਂਦਾ, ਕਾफ़ੀ ਕਸਬਿਆਂ ਦੇ ਵਿੱਚ ਘੁੰਮਣਾ ਪੈਂਦਾ ਸੀ, ਜਿਹਦੇ ਕਰਕੇ ਸਰਚ ਕਾਸਟ ਬਹੁਤ ਆ ਜਾਂਦੀ ਸੀ। ਅਤੇ ਦੂਸਰਾ ਸਾਨੂੰ ਜੋ ਵੇਟ ਕਰਨਾ ਪੈਂਦਾ ਸੀ, ਉਹ ਵੇਟ ਕਰਨ ਦੇ ਨਾਲ ਸਾਡੇ ਪ੍ਰੋਡਕਟ ਖ਼ਰਾਬ ਵੀ ਹੋ ਸਕਦਾ ਸੀ, ਕਿਉਂਕਿ ਉਸ ਟਾਈਮ 'ਤੇ ਗੋਦਾਮ ਵਗੈਰਾ ਨਹੀਂ ਸੀਗੇ, ਉਹਨਾਂ ਦੀ ਕਮੀ ਪਾਈ ਜਾਂਦੀ ਸੀ, ਜਿਹਦੇ ਕਰਕੇ ਉਹਨਾਂ ਨੂੰ ਸਟੋਰ ਕਰਕੇ ਰੱਖਣਾ ਵੀ ਮੁਸ਼ਕਿਲ ਸੀਗਾ। ਅਤੇ ਉਹਨਾਂ ਦੀ ਵੇਟਿੰਗ ਕਾਸਟ ਵੀ ਅਤੇ ਸਰਚ ਕਾਸਟ ਦੋਨੋਂ ਬਹੁਤ ਜ਼ਿਆਦਾ ਆ ਜਾਂਦੀਆਂ ਸੀ, ਜਿਹਦੇ ਕਰਕੇ ਵਾਟਰ ਸਿਸਟਮ ਨੂੰ ਬੰਦ ਕਰਨਾ ਪਿਆ। ਨੈਕਸਟ, ਲੈਕ ਆਫ ਕਾਮਨ ਯੂਨਿਟ ਆਫ ਵੈਲਿਊ। ਇੱਥੇ ਕਾਮਨ ਯੂਨਿਟ ਜਿਹੜੀ ਹੈ ਮੁੱਲ ਦਾ ਇੱਕ ਮੁੱਖ ਜੋ ਪਾਰਟ ਸੀ ਉਹ ਆਪਸ ਦੇ ਵਿੱਚ ਮੈਚ ਨਹੀਂ ਕਰਦਾ ਸੀ। ਮੰਨ ਲਓ ਇੱਕ ਵਸਤੂ ਬਹੁਤ ਜ਼ਿਆਦਾ ਮਹਿੰਗੀ ਹੈ ਅਤੇ ਇੱਕ ਵਸਤੂ ਬਹੁਤ ਜ਼ਿਆਦਾ ਸਸਤੀ ਹੈ। ਇੱਕ ਪਰਸਨ ਬਹੁਤ ਜ਼ਿਆਦਾ ਮਹਿੰਗੀ ਵਸਤੂ ਬਣਾਉਂਦਾ ਅਤੇ ਦੂਸਰਾ ਪਰਸਨ ਕੀ ਕਰਦਾ, ਉਹ ਬਹੁਤ ਜ਼ਿਆਦਾ ਸਸਤੀ ਵਸਤੂ ਬਣਾਉਂਦਾ। ਬਟ ਜੇ ਦੋਨਾਂ ਨੂੰ ਆਪਸ ਦੇ ਵਿੱਚ ਉਹੀ ਵਾਂਟਸ ਨੇ, ਉਹਨਾਂ ਦੋਨਾਂ ਦੀਆਂ ਵਾਂਟਸ ਵੀ ਮੈਚ ਕਰਦੀਆਂ ਨੇ, ਤਾਂ ਇੱਕ ਪਰਸਨ ਨੂੰ ਉੱਥੇ ਫਾਇਦਾ ਹੋਊਗਾ ਅਤੇ ਦੂਸਰੇ ਪਰਸਨ ਨੂੰ ਉੱਥੇ ਲੌਸ ਹੋ ਸਕਦਾ। ਐਗਜ਼ਾਮਪਲ ਦੇਖੋ, ਇਫ ਯੂ ਆਰ ਆਸਕਡ ਅ ਵੈਲਿਊ ਆਫ ਯੋਰ ਕਾਰ, your reply would be 5 lakh rupees. Can you reply to this question underwater system? Certainly not. ਦੇਖੋ ਜੇ ਤੁਹਾਨੂੰ ਇਹਦੇ ਵਿੱਚ ਇਹ ਵੀ ਪੁੱਛਿਆ, ਮੰਨ ਲਓ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਕਾਰ ਦਾ ਮੁੱਲ ਕੀ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ 5 ਲੱਖ ਹੈ, ਪਰ ਉਸ ਟਾਈਮ 'ਤੇ ਤੁਸੀਂ ਇਹ ਨਹੀਂ ਦੱਸ ਸਕਦੇ ਸੀ। ਅਤੇ ਇਸ ਤਰੀਕੇ ਨਾਲ ਜੋ ਐਕਸ ਔਰ ਵਾਈ ਪਰਸਨ ਨੇ, ਇੱਕ ਜ਼ਿਆਦਾ ਕੋਸਟਲੀ ਚੀਜ਼ ਬਣਾਉਂਦਾ ਅਤੇ ਇੱਕ ਬਹੁਤ ਜ਼ਿਆਦਾ ਸਸਤੀ ਚੀਜ਼ ਬਣਾਉਂਦਾ, ਤਾਂ ਉਹਨਾਂ ਦੇ ਜੇ ਆਪਸ ਦੇ ਵਿੱਚ ਉਹ ਵਾਂਟਸ ਨੂੰ ਐਕਸਚੇਂਜ ਕਰਦੇ ਨੇ, ਤਾਂ ਉਹਦੇ ਬਦਲੇ ਉਹਨਾਂ ਨੂੰ ਕਾਮਨ ਯੂਨਿਟ ਨਹੀਂ ਪਤਾ ਹੁੰਦੀ ਸੀ, ਤਾਂ ਕਿ ਉਹ ਉਨੀ ਕੁਆਂਟਿਟੀ ਦੇ ਵਿੱਚ ਉਸ ਪਰਸਨ ਤੋਂ ਸਮਾਨ ਲੈ ਸਕਣ। ਅਤੇ ਇਸ ਕਰਕੇ ਇੱਕ ਪਰਸਨ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਸੀ ਅਤੇ ਦੂਸਰੇ ਪਰਸਨ ਨੂੰ ਬਹੁਤ ਜ਼ਿਆਦਾ ਲੋਸ ਹੁੰਦਾ ਸੀ।